ਮਹਿਤਾ ਕਾਲੂ ਜੀ ਅਕਸਰ ਇਸ ਗੱਲ ਤੋਂ ਚਿੰਤਤ ਰਹਿੰਦੇ ਸਨ ਕਿ ਉਹਨਾਂ ਦੇ ਪੁੱਤਰ ਦਾ ਮੋਹ ਸੰਸਾਰਕ ਜੀਵਨ ਵਿੱਚ ਬਿਲਕੁਲ ਨਹੀਂ ਹੈ। ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਕਿਹਾ, ਨਾਨਕ, ਜੇ ਤੁਸੀਂ ਮੱਝਾਂ ਗਾਵਾਂ ਬਾਹਰ ਚਰਾ ਆਇਆ ਕਰੋ ਤਾਂ ਜਿੱਥੇ ਇਨ ਪਸ਼ੂਆਂ ਦਾ ਪੇਟ ਭਰੇਗਾ ਉੱਤੇ ਤੁਹਾਡਾ ਆਲਸ ਵੀ ਦੂਰ ਹੋਵੇਗਾ। ਸ਼੍ਰੀ ਕ੍ਰਿਸ਼ਨ ਭਗਵਾਨ ਵੀ ਤਾਂ ਮੱਝਾਂ ਗਾਵਾਂ ਚਰਾਣ ਜਾਂਦੇ ਸਨ, ਤੁਸੀਂ ਵੀ ਆਪਣੇ ਪਸ਼ੂ ਚਰਾਣ ਬਾਹਰ ਜਾਇਆ ਕਰੋ। ਪਿਤਾ ਜੀ ਦੀ ਆਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਵੀਕਾਰ ਕਰ ਲਈ ਅਤੇ ਜਦੋਂ ਗਾਵਾਂ ਮੱਝਾਂ ਚਰਾਣ ਲਈ ਆਪ ਜਾਣ ਲੱਗੇ ਤਾਂ ਮਾਤਾ ਜੀ ਨੇ ਗੁਰੂ ਜੀ ਨੂੰ ਭੁੱਖ ਲੱਗਣ ਤੇ ਕੁਝ ਖਾਣ ਲਈ ਨਾਲ ਬੰਨ ਦਿੱਤਾ। ਗੁਰੂ ਜੀ ਪਸ਼ੂ ਚਰਾਣ ਲਈ ਘਰ ਤੋਂ ਨਿਕਲ ਗਏ। ਗਾਵਾਂ ਮੱਝਾਂ ਜੰਗਲ ਵਿੱਚ ਇੱਕ ਪਾਸੇ ਛੱਡ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਇਕਾਂਤ ਸਥਾਨ ਤੇ ਬੈਠ ਗਏ। ਆਪਣੇ ਸੁਭਾਅ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਈਸ਼ਵਰ ਦੇ ਧਿਆਨ ਵਿੱਚ ਲੀਨ ਹੋ ਗਏ। ਉਧਰ ਗਾਵਾਂ ਮੱਝਾਂ ਚਰਦੀਆਂ ਚਰਦੀਆਂ ਹਰੀ ਭਰੀ ਖੇਤੀ ਵਿੱਚ ਵੜ ਗਈਆਂ। ਪਸ਼ੂਆਂ ਨੇ ਆਰਾਮ ਨਾਲ ਖੇਤੀ ਦੀ ਫਸਲ ਨੂੰ ਖਾਧਾ ਅਤੇ ਸਾਰਾ ਖੇਤ ਅਸਤ ਵਿਅਸਤ ਹੋ ਗਿਆ। ਐਨੇ ਵਿੱਚ ਹੀ ਖੇਤ ਦਾ ਮਾਲਕ ਉੱਥੇ ਆ ਗਿਆ। हे रब्बा, सारी खेती नष्ट हो गई, सारी मेहनत दे पानी फिर गया। हे नानक, मैं जानदा हां कि तुसी पटवारी दे पुत्र हो ते ए पशु तुहाडे हन, इसलिए फसल बर्बाद होने लई जिम्मेवारी भी तुहाडी ही होएगी। ਇਹ ਕਹਿ ਕੇ ਉਹ ਰੋਸ ਦਿਖਾਣ ਲੱਗਾ। ਗੁੱਸੇ ਵਿੱਚ ਕਿਉਂ ਆਂਦੇ ਹੋ? ਜੇਕਰ ਬੇਜ਼ਬਾਨ ਪਸ਼ੂਆਂ ਨੇ ਥੋੜੀ ਜਿਹੀ ਫਸਲ ਖਾ ਵੀ ਲਈ ਤਾਂ ਇੰਨਾ ਵੱਡਾ ਕੀ ਹੋ ਗਿਆ? ਪਰਮਾਤਮਾ ਇਸ ਵਿੱਚ ਹੀ ਤੁਹਾਨੂੰ ਉਤਪਤੀ ਦੇਵੇਗਾ। ਗੁਰੂ ਜੀ ਨੇ ਬਹੁਤ ਸਮਝਾਇਆ ਪਰ ਉਹ ਜੱਟ ਬੋਲਦਾ ਹੀ ਰਿਹਾ। ਐਵੇਂ ਥੋੜੇ ਹੁੰਦਾ ਹੈ ਕਿ ਕਿਸੇ ਵੀ ਖੇਤ ਵਿੱਚ ਕੋਈ ਵੀ ਚਲਾ ਜਾਏ। ਖੇਤੀਬਾੜੀ ਕਿੰਨੀ ਮਿਹਨਤ ਨਾਲ ਹੁੰਦੀ ਹੈ। ਮੈਂ ਹੁਣੇ ਜਾ ਕੇ ਰਾਏ ਸਾਹਿਬ ਨੂੰ ਸਾਰੀ ਗੱਲ ਦੱਸਦਾ ਹਾਂ। ਤਾਂ ਆਪਣੀ ਸ਼ਿਕਾਇਤ ਲੈ ਕੇ ਰਾਏ ਬੁਲਾਰ ਦੇ ਕੋਲ ਪਹੁੰਚਿਆ। देखो हुजूर, पटवारी दे पुत्र दे पशुआ ने मेरी सारी खेती बर्बाद कर दी हन, मेरी मेहनत दे पानी फिर गया है। ਸੁਣਨ ਵਾਲਿਆਂ ਨੇ ਵੀ ਕਿਹਾ, ओ भाई, नानक का मस्त लड़का है, उस दे पिताजी नू बुलाओ। कालू जी, तुसी अपने पुत्र नू समझाओ, इसने गरीब जट दी सारी खेती नष्ट कर दी हन। ए जे ही लापरवाही ठीक नहीं। हुजूर, ए बालक मस्त मोला है, कुछ कम नहीं करता। ਰਾਏ ਬੁਲਾਰ ਨੇ ਨਿਆਂ ਦੀ ਦ੍ਰਿਸ਼ਟੀ ਨਾਲ ਕਿਹਾ, ਤਾਂ ਠੀਕ ਹੈ, ਜੋ ਨੁਕਸਾਨ ਇਸ ਗਰੀਬ ਦਾ ਹੋਇਆ ਹੈ ਉਸ ਦੀ ਭਰਪਾਈ ਤੁਸੀਂ ਕਰੋਗੇ। ਸ਼੍ਰੀਮਾਨ ਜੀ, ਇਸ ਜੱਟ ਦਾ ਤਿਨਕਾ ਵੀ ਨਸ਼ਟ ਨਹੀਂ ਹੋਇਆ। ਚਲੋ ਤੁਸੀਂ ਖੁਦ ਚੱਲ ਕੇ ਇਹਨਾਂ ਦੇ ਖੇਤ ਦੇਖ ਲਓ। ਹੁਜੂਰ, ਮੈਂ ਗਲਤ ਨਹੀਂ ਬੋਲਦਾ, ਖੇਤੀ ਵਿੱਚ ਇੱਕ ਬੂਟਾ ਨਹੀਂ ਬਚਿਆ। ਹੁਣ ਖੇਤੀ ਨੂੰ ਦੇਖਣ ਲਈ ਰਾਏ ਬੁਲਾਰ ਨੇ ਆਪਣੇ ਸਿਪਾਹੀ ਭੇਜੇ। ਸਿਪਾਹੀਆਂ ਨੇ ਖੇਤ ਵਿੱਚ ਦੇਖਿਆ। ਪਰ ਖੇਤੀ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਜੱਟ ਨੇ ਵੀ ਜਦੋਂ ਆਪਣੇ ਖੇਤ ਦੇਖੇ ਤਾਂ ਉਹ ਬਹੁਤ ਹੈਰਾਨ ਹੋ ਗਿਆ। ਗੁਰੂ ਜੀ ਅਤੇ ਮਹਿਤਾ ਕਾਲੂ ਜੀ ਆਪਣੇ ਘਰ ਵਾਪਸ ਚਲੇ ਗਏ। ਇੱਕ ਦਿਨ ਗੁਰੂ ਨਾਨਕ ਦੇਵ ਜੀ ਭੋਜਨ ਕਰ ਰਹੇ ਸਨ। ਉਸ ਵਕਤ ਇੱਕ ਗਿਆਨੀ ਪੰਡਿਤ ਉਹਨਾਂ ਦੇ ਕੋਲ ਆਏ। ਉਹਨਾਂ ਦੇ ਆਂਦੇ ਹੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਆਓ ਭੋਜਨ ਕਰ ਲਵੋ। ਪੰਡਤ ਜੀ ਨੇ ਕਿਹਾ, ਮੈਂ ਸੁਚਮਤਾ ਦਾ ਬਹੁਤ ਧਿਆਨ ਰੱਖਦਾ ਹਾਂ, ਇਸੇ ਕਾਰਨ ਜਦੋਂ ਵੀ ਮੈਂ ਭੋਜਨ ਪਕਾਉਂਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ 2 ਇੰਚ ਜ਼ਮੀਨ ਖੋਦਦਾ ਹਾਂ, ਫਿਰ ਉਸ ਜ਼ਮੀਨ ਨੂੰ ਸਾਫ਼ ਕਰਦਾ ਹਾਂ, ਫਿਰ ਮੈਂ ਪਾਣੀ ਨਾਲ ਲੱਕੜਾਂ ਨੂੰ ਧੋਂਦਾ ਹਾਂ ਤੇ ਫਿਰ ਬਾਅਦ ਵਿੱਚ ਹੀ ਮੈਂ ਭੋਜਨ ਪਕਾਉਂਦਾ ਹਾਂ। ਗੁਰੂ ਜੀ ਨੇ ਕਿਹਾ, ਤੁਹਾਡਾ ਜਿੱਥੇ ਮਨ ਕਰੇ ਜ਼ਮੀਨ ਖੋਦ ਲਵੋ ਅਤੇ ਆਪਣੇ ਆਪ ਭੋਜਨ ਪਕਾ ਲਵੋ। ਮੈਂ ਤੁਹਾਨੂੰ ਦਾਲ ਅਤੇ ਆਟਾ ਦੇ ਦੇਵਾਂਗਾ। ਪਰ ਜਿਵੇਂ ਹੀ ਉਹਨਾਂ ਨੇ ਜ਼ਮੀਨ ਖੋਦੀ, ਉਹਨਾਂ ਨੇ ਦੇਖਿਆ ਕਿ ਉੱਥੇ ਹੱਡੀਆਂ ਪਈਆਂ ਹੋਈਆਂ ਸਨ। ਪੰਡਤ ਜੀ ਬੋਲੇ, छी, ਇਹ ਜ਼ਮੀਨ ਤਾਂ ਅਪਵਿੱਤਰ ਹੈ, ਮੈਂ ਦੂਜੀ ਜਗ੍ਹਾ ਤੇ ਜ਼ਮੀਨ ਖੋਦਦਾ ਹਾਂ। ਪੰਡਤ ਜੀ ਨੇ ਜਿਵੇਂ ਹੀ ਦੂਜੀ ਜਗ੍ਹਾ ਤੇ ਜ਼ਮੀਨ ਖੋਦੀ, ਉਹ ਹੈਰਾਨ ਹੋ ਗਏ, ਉੱਥੇ ਵੀ ਹੱਡੀਆਂ ਹੀ ਸਨ। ਇਸੇ ਤਰ੍ਹਾਂ ਪੰਡਤ ਜੀ ਨੇ ਕਈ ਥਾਵਾਂ ਤੇ ਜ਼ਮੀਨ ਖੋਦੀ।
ਪਰ ਸਭ ਜਗ੍ਹਾ ਤੇ ਉਹਨਾਂ ਨੂੰ ਹੱਡੀਆਂ ਹੀ ਮਿਲੀਆਂ। ਹੁਣ ਪੰਡਤ ਜੀ ਬਹੁਤ ਥੱਕ ਚੁੱਕੇ ਸਨ। ਉਹ ਥੱਕ ਹਾਰ ਕੇ ਗੁਰੂ ਜੀ ਦੇ ਕੋਲ ਗਏ ਅਤੇ ਉਹਨਾਂ ਨੂੰ ਕਹਿਣ ਲੱਗੇ, ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਏ। ਆਪ ਜੋ ਭੋਜਨ ਕਰ ਰਹੇ ਹੋ ਉਹੀ ਭੋਜਨ ਮੈਨੂੰ ਦੇ ਦਿਓ। ਗੁਰੂ ਜੀ ਨੇ ਪੰਡਤ ਜੀ ਨੂੰ ਕਿਹਾ, ਉਸ ਵਕਤ ਜਦੋਂ ਮੈਂ ਤੁਹਾਨੂੰ ਭੋਜਨ ਕਰਨ ਲਈ ਕਿਹਾ ਸੀ ਉਹ ਵਕਤ ਗੁਜ਼ਰ ਗਿਆ ਹੈ, ਪਰ ਹੁਣ ਤੁਸੀਂ ਬਾਹਰ ਜਾਓ ਅਤੇ ਈਸ਼ਵਰ ਦਾ ਨਾਮ ਲੈ ਕੇ ਜ਼ਮੀਨ ਖੋਦੋ। ਪੰਡਤ ਜੀ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਸੀ। हे ਈਸ਼ਵਰ, ਕਿਰਪਾ ਕਰੋ। ਹੁਣ ਗੁਰੂ ਜੀ ਦੀ ਕਿਰਪਾ ਨਾਲ ਬਿਲਕੁਲ ਸਾਫ਼ ਜ਼ਮੀਨ ਨਿਕਲੀ। ਪੰਡਤ ਜੀ ਨੇ ਉੱਥੇ ਭੋਜਨ ਬਣਾਇਆ। ਭੋਜਨ ਕਰਨ ਤੋਂ ਬਾਅਦ ਉਹ ਗੁਰੂ ਜੀ ਦੇ ਕੋਲ ਗਏ। ਗੁਰੂ ਜੀ ਨੇ ਪੰਡਤ ਜੀ ਨੂੰ ਕਿਹਾ, ਸੁਚਮਤਾ ਪਵਿੱਤਰਤਾ ਦੇ ਬਾਰੇ ਵਿੱਚ ਆਪ ਦੇ ਵਿਚਾਰ ਸੱਚ ਤੋਂ ਪਰੇ ਹੋ ਗਏ ਹਨ। ਗਲਤ ਧਾਰਨਾਵਾਂ ਨੇ ਆਪ ਨੂੰ ਅੰਧ ਵਿਸ਼ਵਾਸੀ ਬਣਾ ਦਿੱਤਾ ਹੈ। ਜੇਕਰ ਤੁਸੀਂ ਪਵਿੱਤਰਤਾ ਸੁਚਮਤਾ ਨੂੰ ਧਿਆਨ ਵਿੱਚ ਰੱਖ ਕੇ ਇੱਕ ਅਲੱਗ ਰਸੋਈ ਬਣਾਓਗੇ, ਪਾਣੀ ਗੰਗਾ ਦਾ ਲਿਆਓਗੇ, ਸਭ ਤੋਂ ਉੱਤਮ ਚਾਵਲ ਅਤੇ ਤਾਜ਼ਾ ਦੁੱਧ ਵਰਤੋਗੇ, ਮੰਤਰਾਂ ਦੇ ਉਚਾਰਨ ਕਰਕੇ ਭੋਜਨ ਨੂੰ ਪਵਿੱਤਰ ਕਰੋਗੇ, ਤਾਂ ਵੀ ਕੋਈ ਫਰਕ ਨਹੀਂ ਪਵੇਗਾ। ਜੇਕਰ ਤੁਹਾਡੇ ਕਰਮ ਗੰਦੇ ਹਨ, ਤੁਸੀਂ ਗ੍ਰਸਤੀ ਹੋ ਜਾਂ ਵੈਰਾਗੀ, ਉੱਚ ਜਾਤੀ ਦੇ ਹੋ ਜਾਂ ਨੀਵੀਂ ਜਾਤੀ ਦੇ ਹੋ, ਹਿੰਦੂ ਹੋ ਜਾਂ ਮੁਸਲਿਮ, ਪੜ੍ਹੇ ਲਿਖੇ ਹੋ ਜਾਂ ਅਨਪੜ੍ਹ ਹੋ, ਤੁਹਾਨੂੰ ਇੱਕ ਹੀ ਚੀਜ਼ ਮੁਕਤੀ ਦਿਵਾ ਸਕਦੀ ਹੈ, ਉਹ ਹੈ ਤੁਹਾਡੇ ਕਰਮ। ਐਸੀ ਸੁਚਮਤਾ ਸਹੀ ਨਹੀਂ ਹੈ ਜੋ ਕਿਸੇ ਦੀ ਜਾਤ, ਧਰਮ, ਰੰਗ ਰੂਪ ਨੂੰ ਦੇਖ ਕੇ ਕੀਤੀ ਜਾਵੇ। ਪਿਆਸੇ ਨੂੰ ਪਾਣੀ ਅਤੇ ਭੁੱਖੇ ਨੂੰ ਭੋਜਨ ਇਨਸਾਨ ਸਮਝ ਕੇ ਕਰਵਾਓ, ਨਾ ਕਿ ਉਸ ਦੀ ਜਾਤ, ਧਰਮ, ਰੰਗ ਜਾਂ ਰੂਪ ਨੂੰ ਦੇਖ ਕੇ। ਪੰਡਤ ਜੀ ਨੂੰ ਗਿਆਨ ਦੇ ਕੇ ਗੁਰੂ ਜੀ ਆਪਣੀ ਅਗਲੀ ਯਾਤਰਾ ਤੇ ਨਿਕਲ ਗਏ। ਸਤਨਾਮ ਸ਼੍ਰੀ ਵਾਹਿਗੁਰੂ।